ਮੈਨੂੰ ਬੰਨਿਆ ਗੱਲ ਆਖੀ ਕਿ ਘੋੜੇ ਦਾ ਖੂਨ ਇਹ ਦੇਗਾਂ 'ਚ ਪਾਉਂਦੇ ਨੇ। ਮੇਰੇ ਜ਼ਿੰਦਗੀ 'ਚ ਪਹਿਲੀ ਦਫਾ ਮੈਂ ਲਫ਼ਜ਼ ਸੁਣਿਆ ਫਦਕ ਹੈ ਜਾਂ ਫਿਦਕ, ਇਹ ਕੀ ਹੈ? ਮੈਂ ਮਦਰਸ ਪਾਕ ਪੜ੍ਹਦਾ, ਮੈਨੂੰ ਅਹਿਲੇ ਸੁਨਨਤ ਅਲਹਮਦੁਲਿल्लाह ਜ਼ਿਆਦਾ ਸੁਣਦੇ ਨੇ। ਜ਼ਿਹਨ 'ਚ ਇੱਕ ਤਸੱਵਰ ਸੀ ਕਿ ਨਾ ਆਪੇ ਮਾਰਿਆ ਜੀ, ਆਪੇ ਪਿੱਟ ਦੇ। ਮੈਂ ਕਿਹਾ ਭਾਈਜਾਨ ਸੱਚੀ ਗੱਲ ਦੱਸਾਂ, ਸਿਰਫ ਤੁਹਾਨੂੰ ਖੁਸ਼ ਕਰਨ ਵਾਸਤੇ ਮੈਂ 2 ਹੱਥ ਮਾਰੇ ਜੇ, ਵੈਸੇ ਮੈਂ ਤੁਹਾਡੇ ਵਾਲਾ ਨਹੀਂ ਜੇ। ਇੰਨਾ ਕਹਿਣ ਦੀ ਦੇਰ ਅਲਮ ਪਾਕ ਮੈਂ ਲਾਇਆ ਛਾਤੇ ਜੀ, ਸਾਰਾ ਇਲਾਕਾ ਪਰੇਸ਼ਾਨ ਹੋ ਗਿਆ। ਉਸ ਮਿਹਰਬਾਨ ਨੇ ਮੈਨੂੰ ਤੋਂ ਪਰਚਾ ਕਰਾਤਾ ਕੋਈ ਅਲਾਮਾ ਅਲੀ ਨਸਰ ਹੁਸੈਨੀ ਤਲਹੜਾ। मैं छोटा सा खतीब है, मैं मिंबर पाक पे जाना है, मेरे ना बंदे तस्वीर रखने लग पे कि यार बिस्मिल्लाहिर्रहमानिर्रहीम, सलामुन अलैकुम मोमिन इकराम। उम्मीद है आप सब खैर आफियत से होंगे। आज की ये वीडियो एक खुसूसी नशिस्त है और आज आपकी मुलाकात एक ऐसी शख्सियत से करवाना है कि जो पहले इनका ताल्लुक अहले सुन्नत मसलक से था, लेकिन उसके बाद दर अहले बैत पर आए और ना सिर्फ खुद दर अहले बैत पर आए बल्कि अब हज़ारों लोगों को तबलीग कर रहे हैं आले मोहम्मद के मिशन की। मजालिस के ज़रिए जगह जगह मजालिस पढ़ते हैं पंजाबी ज़बान के। मारूफ खतीब अल्लामा इरफान हैदर अल हुसैनी साहब, इनसे मुलाकात करते हैं और इनसे जानते हैं इनका ये सफ़र कैसा रहा और वो क्या वजह थी कि जिसकी बिना पर ये दर अहले बैत पर आए। अल्लामा साहब अस्सलाम वालेकुम। वालेकुम अस्सलाम। पंजाबी ज़बान च इंटरव्यू करांगे ते बहुत शुक्रिया तुहाडा, सब तो पहले तुसीं टाइम इनायत फरमाया। जरा तुसीं हो मोमिनीन नूं आगाह करो कि किस तरह इस दर ते तुसीं आए ते केड़ी ओ चीज़ सी जिथे तब्दीली सारी तुहाडे वजूद विच तुहाडी जिंदगी च आई। जी बिस्मिल्लाह। शाह जी सब नूं पहले ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲੈ ਕੇ ਆਏ ਹੋ ਮੇਰੇ ਗਰੀਬ ਖਾਨੇ ਤੇ ਔਰ ਅੱਲਾਹ ਪਾਕ ਤੈਨੂੰ ਪਾਕ ਤੁਹਾਡੀ ਤੌਫੀਕਤ ਹੈ ਤੇ ਇਜ਼ਾਫਾ ਫਰਮਾਉਣ। ਔਰ ਤੁਸੀਂ ਜਿਸ ਤਰ੍ਹਾਂ ਵਕਾਲਤ ਆਲੇ ਮੁਹੰਮਦ ਦੀ ਕਰ ਰਹੇ ਹੋ, ਤੁਹਾਨੂੰ ਮਜ਼ੀਦ ਮੇਰਾ ਕਰੀਮ ਅੱਲਾਹ ਤੁਹਾਡੀ ਤੌਫੀਕਤ ਹੈ ਤੇ ਇਜ਼ਾਫਾ ਫਰਮਾਏ। ਦੂਸਰਾ ਤੁਹਾਡਾ ਸਵਾਲ ਕਿ ਮੈਂ ਮਜ਼ਹਬ ਅਹਿਲੇ ਬੈਤ ਦੀ ਤਰਫ ਕਿਸ ਤਰ੍ਹਾਂ ਆਇਆ, ਮੈਂ ਸ਼ਾਹ ਜੀ ਮੁਖਤਸਰ ਬਿਆਨ ਕਰਾਂਗਾ ਕਿਉਂਕਿ ਲੰਬਾ ਨਾ ਹੋਏ। 33 ਸਾਲ ਦੀ ਏਜ ਤੱਕ ਅਲਹਮਦੁਲਿल्लाह मैं अहले सुन्नत सा, हुण भी अहले सुन्नत भी हां। अहले सुन्नत का मतलब होंदा नबी की सुन्नत पे अमल करने वाला। सुभान अल्लाह। तुसीं भी अहले सुन्नत हो, मैं भी अहले सुन्नत। बेशक। तुसीं भी अहले हदीस हो, मैं भी अहले हदीस, नबी की हदीसों पे अमल करने वाला। तुसीं भी शिया ने अली अलैहिस्सलाम हो, मैं भी शिया ने अली अलैहिस्सलाम। 33 साल तक मैं अपनी जिंदगी गुजार चुकिया सा। मैनू ये नहीं सी पता कि हजरत अली रजी अल्लाह ने अलैहिस्सलाम, हजरत अली सहाबी ने या अहले बैत, जन्नत दे मालिक कौन ने, जन्नत जान वाले कौन ने, जन्नत तकसीम करने वाले कौन। ਉਹ ਇਹ ਕੋਈ ਕਿਸੇ ਚੀਜ਼ ਦਾ ਪਤਾ ਨਹੀਂ ਸੀ ਸਾਨੂੰ, ਸਿਰਫ ਇੰਨਾ ਪਤਾ ਸੀ ਕਿ ਸਾਡੇ ਘਰ ਮਹੀਨੇ ਬਾਅਦ ਦੁੱਧ ਨੂੰ ਦੁੱਧ ਨਹੀਂ ਦੇਣਾ। ਕਿਉਂ? ਅੱਜ 11ਵੀਂ ਸ਼ਰੀਫ। ਵਾਹ। ਉਹ 11ਵੀਂ ਸ਼ਰੀਫ ਅਸੀਂ ਖਾਂਦੇ ਸਾਂ, ਲੇਕਿਨ ਸਾਨੂੰ ਅੱਜ ਤੱਕ ਨਹੀਂ ਪਤਾ 11ਵੀਂ ਸ਼ਰੀਫ ਲਿਖੀ ਕਿੱਥੇ, 11ਵੀਂ ਸ਼ਰੀਫ ਪਕਾਈ ਦੀ ਕਿਉਂ। ਲੇਕਿਨ ਅਸੀਂ ਅਲਹਮਦੁਲਿल्लाह ਉਹ ਖਾਂਦੇ ਸਾਂ ਤੇ ਬਸ ਖਾਣ ਤੱਕ ਹੀ ਕੰਮ ਠੀਕ ਸੀ। ਅੱਜ ਵੀ ਸਾਡੇ ਘਰ 'ਚ 11ਵੀਂ ਸ਼ਰੀਫ ਪੱਕਦੀ ਹੈ, ਸਾਰੇ ਅਲਹਮਦੁਲਿल्लाह ਉਹ ਅਸੀਂ ਖਾਂਦੇ ਆ, ਕੋਈ ਮਸਲਾ ਨਹੀਂ। ਅੱਲਾਹ ਤਾਲਾ ਦਾ ਰਿਜ਼ਕ। ਫਿਕਰ ਮੈਨੂੰ ਇਹ ਜਿੱਥੋਂ ਮੇਰੇ ਤੇ ਤਰਸ ਹੋਇਆ, ਮੈਂ ਫਿਕਰ ਨਹੀਂ ਕਹਾਂਗਾ, ਤਰਸ ਹੋਇਆ ਪਾਕ ਸਜਦਾ ਸਲਾਵਤੁल्लाह अलैहि ਕਿ ਮੈਂ ਸ਼ਾਹ ਜੀ ਸਾਊਥ ਅਫਰੀਕਾ ਚਲਾ ਗਿਆ ਆਪਣੇ ਦੁਨਿਆਵੀ ਮਾਮਲਾਤ ਵਾਸਤੇ, ਕੰਮ ਵਾਸਤੇ। ਉੱਥੇ ਮੈਂ ਕੋਈ 9 ਮਹੀਨੇ ਇੱਕ ਸ਼ਾਪ ਤੇ ਕੰਮ ਕਰਦਾ ਸਾਂ ਸੈੱਲ ਫੋਨ ਦੀ ਤੇ ਅਸੀਂ ਇਕੱਠੇ ਰਹਿੰਦੇ ਸਾਂ ਕੁਝ ਦੋਸਤ। ਤੁਹਾਨੂੰ ਪਤਾ ਜਿਵੇਂ ਮਾਹੌਲ ਹੁੰਦਾ ਬਾਹਰ, ਬੰਦਾ ਰਹਿੰਦਾ ਇਕੱਠਿਆਂ ਜੀ। ਉਹਦੇ ਵਿੱਚ ਤਕਰੀਬਨ 6-7 ਦੋਸਤ ਅਸੀਂ ਅਹਿਲੇ ਸੁन्नत ਸਾਂ, 2 ਵਿੱਚ ਸ਼ੀਆ ਸਾਂ। ਠੀਕ। ਉਹ ਜਿਹੜੇ ਸ਼ੀਆ ਸਨ 2, ਉੱਥੇ ਮਤਲਬ ਰਾਤ ਅਸਾਂ ਜਦੋਂ ਕੰਮਾਂ ਤੋਂ ਆਉਣਾ ਤੇ ਆ ਕੇ ਤੇ ਉਹ ਇੰਜੋਇਮੈਂਟ ਦੇ ਤੌਰ ਤੇ ਹਰ ਬੰਦੇ ਨੇ ਕਿਸੇ ਨੇ ਸਟੇਟ ਡਰਾਮਾ ਲਾ ਦੇਣਾ ਟੀਵੀ ਦੇ ਉੱਤੇ, ਕਿਸੇ ਨੇ ਕੁਝ ਲਾ ਦੇਣਾ। ਮੈਂ ਡਾਕਟਰ ਤਾਹਿਰ ਕਾਦਰੀ ਸਾਹਿਬ, ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇਣ ਜੀ, ਉਹਨਾਂ ਦੀ ਮੈਂ ਉਹਨਾਂ ਦਾ ਫਾਲੋਅਰ ਸਾਂ, ਉਹਨਾਂ ਨੂੰ ਮੈਂ ਫਾਲੋ ਕਰਦਾ ਸਾਂ, ਬੜਾ ਸੁਣਦਾ ਸਾਂ। ਮੈਂ ਉਹਨਾਂ ਦੀ ਇੱਕ ਡਿਸਕ ਲੈ ਗਿਆ ਥੱਲੇ ਸ਼ਾਨ ਅਹਿਲੇ ਬੈਤ ਦੇ ਮੌਜੂਦ। ਮੈਂ ਦੋਸਤਾਂ ਨੂੰ ਆਖਿਆ ਵੀ ਰੋਜ਼ ਤੁਸੀਂ ਯਾਰ ਸੁਣਦੇ ਹੋ, ਫਿਲਮਾਂ ਵੇਖਦੇ, ਤਾਂ ਅੱਜ ਕੋਈ ਦੀਨ ਦੀ ਗੱਲ ਵੀ ਸੁਣ ਲਈਏ। ਉਹ ਮੈਂ ਉਹ ਲਗਾ ਦਿੱਤੀ ਜੀ ਸ਼ਾਹ ਜੀ। ਉਹ ਨਾਲ ਲੁੱਡੋ ਖੇਡੀ ਜਾ ਰਹੇ ਸਨ, ਨਾਲ ਦੀਨ ਸਿੱਖੀ ਜਾ ਰਹੇ ਸਨ। ਉਹ ਮੈਂ ਤਵੱਜੋ ਨਾਲ ਸੁਣ ਰਿਹਾ ਸਾਂ ਅਲਾਮਾ ਸਾਹਿਬ ਦੀ ਗੁਫ਼ਤਗੂ। ਅਲਾਮਾ ਸਾਹਿਬ 15-20 ਮਿੰਟ ਗੁਫ਼ਤਗੂ ਕੀਤੀ ਤੇ ਇੱਕ ਸ਼ਖਸੀਅਤ ਦਾ ਨਾਮ ਲਿਆ। ਉਹ ਜਦੋਂ ਨਾਮ ਲਿਆ, ਜਿਹੜਾ ਸ਼ੀਆ ਸਨ 2 ਦੋਸਤ, ਉਹ ਵਿੱਚੋਂ ਇੱਕ ਆਂਦਾ ਹੂੰ। ਹੁਣ ਪੰਜਾਬੀ ਤੁਸੀਂ ਕੋਈ ਇੰਟਰਵਿਊ ਲੈ ਰਹੇ ਤਾਂ ਪੰਜਾਬੀ ਚ ਮੈਂ ਖਤੀਬ ਵੀ ਪੰਜਾਬੀ ਹਾਂ, ਮੇਰਾ ਖਿਆਲ ਨਾਜ਼ਰੀਨ ਨੂੰ ਵੀ ਇਸ ਚੀਜ਼ ਦਾ ਚਲੋ ਲੁਤਫ ਆਏਗਾ। ਤੇ ਉਹ ਜਦੋਂ ਉਹਨਾਂ ਹੂੰ ਕੀਤੀ ਨਾ ਜੀ, ਉਹ ਇੱਕ ਅਹਿਲੇ ਸੁन्नत ਸਾਡੇ ਵਰਗਾ ਨਹੀਂ ਸੀ, ਉਹ ਮਤਾਲੇ ਵਾਲਾ ਸੀ, ਉਹ ਥੋੜਾ ਬਹੁਤਾ ਸ਼ਊਰ ਰੱਖਦਾ ਸੀ। ਉਹਨੇ ਨਾ ਰਿਮੋਟ ਲੈ ਕੇ ਤੇ ਟੀਵੀ ਬੰਦ ਕੀਤਾ। ਉਹਨੇ ਆਖਿਆ ਵੀ ਤੂੰ ਹੂੰ ਕਿਉਂ ਕੀਤੀ। ਉਹ ਸ਼ੀਆ ਸੀ, ਫਿਰ ਆਖਰ ਸ਼ੀਆ ਬਰੀਕ ਹੁੰਦੇ ਨੇ। ਉਹਨੇ ਆਖਿਆ ਮੇਰੀ ਨਿਕਲ ਗਈ ਹੂੰ। ਉਹਨੇ ਆਖਿਆ ਤੇਰੀ ਨਿਕਲ ਨਹੀਂ ਗਈ, ਤੂੰ ਕੱਢੀ ਹੂੰ। ਉਹਨਾਂ ਦੀ ਹੂੰ ਕਰਦਿਆਂ ਨਾ ਸ਼ਾਹ ਜੀ ਉਹ ਇਖਤਲਾਫ ਗਿਰਬਾਨ ਤੱਕ ਚਲਾ ਗਿਆ। ਜਿੱਥੇ ਮੈਨੂੰ ਪਰੇਸ਼ਾਨੀ ਲੱਗੀ ਕਿ ਗੱਲ ਕੋਈ ਸੀਰੀਅਸ ਹੈ, ਜਿਹੜੇ ਅਸੀਂ ਇੰਨੇ ਅੱਛਾ ਪਿਆਰ ਨਾਲ ਰਹਿ ਰਹੇ ਹਾਂ ਪ੍ਰਦੇਸ਼ ਤੇ ਬੰਦੇ ਇੱਕ ਦੂਸਰੇ ਗਿਰਬਾਨ ਤੱਕ ਚਲੇ ਗਏ ਨੇ। ਉਹ ਖੈਰ ਗੱਲ ਰਫਾ ਦਫਾ ਕੀਤੀ, ਅਲਹਮਦੁਲਿल्लाह ਫਿਰ ਮੁਤਫਿਕ ਹੋ ਕੇ ਲੁੱਡੋ ਖੇਡਣ ਲੱਗ ਪਏ। ਤੁਹਾਨੂੰ ਪਤਾ ਸੀ ਉਹ ਚਾਰੇ ਘਰ ਮੁਸਲਮਾਨ, ਉਹ ਕੌਮ ਆ। ਅਸੀਂ ਜਦੋਂ ਮੁਤਫਿਕ ਹੋਏ ਆ, ਮਾੜੇ ਕੰਮ ਤੇ ਹੋਏ ਆ, ਚੰਗੇ ਤਾਂ ਨਹੀਂ। ਉਹ ਲੁੱਡੋ ਤੇ ਫਿਰ ਮੁਤਫਿਕ ਹੋ ਗਏ ਤੇ ਉਸ ਮਸਲੇ ਨੂੰ ਉੱਥੇ ਛੱਡ ਦਿੱਤਾ। ਉਹ ਮੈਂ ਬਾਅਦ ਚ ਬੜਾ ਪਰੇਸ਼ਾਨ ਹੋਇਆ ਕਿ ਯਾਰ ਇਹ ਕੀ ਮਸਲਾ ਹੈ। ਉਹ ਜਿਹੜਾ ਮੋਮਨ ਸੀ ਨਾ ਮੁੰਡਾ ਸ਼ੀਆ, ਮੈਂ ਕਿਹਾ ਰਜ਼ਾ ਭਾਈ ਕੀ ਮਸਲਾ ਸੀ ਇਹ, ਤੁਸੀਂ ਕਿਉਂ ਇੰਨੇ ਸੀਰੀਅਸ ਹੋਏ। ਉਹ ਮੈਨੂੰ ਉਹਨਾਂ 2 ਦਫਾ ਇਗਨੋਰ ਕੀਤਾ ਕਿ ਕੋਈ ਨਹੀਂ। ਮੈਂ ਕਹਿੰਦਾ ਯਾਰ ਮੈਨੂੰ ਦੱਸ। ਉਹਨਾਂ ਮੈਨੂੰ ਆਖਿਆ ਫਿਰ ਮੈਂ ਇਰਫਾਨ ਭਾਈ ਤੁਹਾਨੂੰ ਦੱਸ ਦੇਣਾ ਤੇ ਤਸਦੀਕ ਤੁਸੀਂ ਆਪ ਕਰਨੀ, ਤਹਿਕੀਕ ਤੁਸੀਂ ਕਰਨੀ। ਉਹਨਾਂ ਮੈਨੂੰ ਜਦੋਂ ਬਾਗੇ ਫਿਦਕ ਸ਼ੁਰੂ ਕੀਤਾ, ਮੇਰੇ ਜ਼ਿੰਦਗੀ 'ਚ ਪਹਿਲੀ ਦਫਾ ਮੈਂ ਲਫ਼ਜ਼ ਸੁਣਿਆ ਫਦਕ ਹੈ ਜਾਂ ਫਿਦਕ, ਇਹ ਕੀ ਹੈ। ਠੀਕ। ਉਹਨਾਂ ਜਦੋਂ ਸ਼ੁਰੂ ਕੀਤੀ ਉਹ ਸਟੋਰੀ ਸੁਣਾਉਣੀ, ਮੇਰਾ ਚਿਹਰਾ ਸੁਰਖ, ਅਸੀਂ ਜ਼ਿੰਮੇਦਾਰ ਹਾਂ ਜੱਟ, ਉਹ ਅੰਦਰੋਂ ਇੱਕ। ਮੈਂ ਉਹਨੂੰ ਆਖਿਆ ਰਜ਼ਾ ਭਾਈ ਇਹ ਤੁਸੀਂ ਮੈਨੂੰ ਕੀ ਦੱਸ ਰਹੇ ਹੋ। ਉਹ ਕਹਿੰਦਾ ਤੁਹਾਡਾ ਚਿਹਰਾ ਕਿਉਂ ਸੁਰਖ ਹੋ ਰਿਹਾ। ਮੈਂ ਕਿਹਾ ਮੈਂ ਤੈਨੂੰ ਵੈਸੇ ਮਾਰ ਦੇਣਾ।
ਮੈਂ 33 ਸਾਲ ਅਲਹਮਦੁਲਿਲਾ, ਮੈਂ ਈਸਾਈ ਤਾਂ ਨਹੀਂ, ਮੈਂ ਮੁਸਲਮਾਨ ਹਾਂ। ਮੈਂ ਦਰਬਾਰਾਂ ਤੇ ਗਿਆ, ਮੈਂ ਸਲਾਮ ਕੀਤੇ, ਮੈਂ ਮੁਰੀਦ ਰਿਹਾ, ਮੈਂ ਪੀਰਾਂ ਨੂੰ ਮੰਨਿਆ, ਮੈਂ ਅੱਲਾ ਦੇ ਬੰਦਿਆ ਪੜਿਆ ਲਿਖਿਆ ਸੁਣੀ ਆ ਅਲਹਮਦੁਲਿਲਾ, ਇਲਮ ਰੱਖਣ ਵਾਲਾ। ਸਾਨੂੰ ਅੱਜ ਤੱਕ ਨਾ ਕੁਰਾਨ ਪੜ੍ਹਨ ਵਾਲੇ ਸਾਨੂੰ ਦੱਸਿਆ, ਨਾ ਸਾਨੂੰ ਕਿਸੇ ਸਾਰੇ ਪੀਰ ਦੱਸਿਆ। ਇਹ ਗੱਲ ਤੂੰ ਕਿੱਥੋਂ ਕੱਢ ਦਿੱਤੀ? ਉਹਨੇ ਆਖਿਆ ਜੀ ਮੇਰੀ ਗੱਲ ਮੁਕੰਮਲ ਸੁਣੋ, ਉਸ ਤੋਂ ਬਾਅਦ ਅਗਰ ਝੂਠ ਹੋਵੇ ਤਾਂ ਮੈਂ ਤੁਹਾਡਾ ਮੁਜਰਮ ਹਾਂ। ਸ਼ਾਹ ਜੀ ਉਹਨਾਂ ਗੱਲ ਕਰਕੇ ਸੌਂ ਗਿਆ ਤੇ ਮੇਰੇ ਨਸੀਬ ਜਾਗ ਗਏ। ਵਾਹ ਵਾਹ। ਮੇਰੇ ਇੱਥੇ ਫਿਕਰ, ਜਦੋਂ ਫਿਕਰ ਆ ਜਾਏ ਤਾਂ ਨਸੀਬ ਜਾਗ ਜਾਂਦੇ ਨੇ। ਇੱਥੇ ਫਿਕਰ ਆਈ, ਅਗਰ ਇਹ ਗੱਲ ਸੱਚੀ ਹੈ ਤੇ ਤੂੰ ਕਿੱਥੇ ਖਲੋਤਾ ਹੈ? ਅੱਲਾਹ, ਤੂੰ ਸਾਊਥ ਅਫਰੀਕਾ ਅਮੀਰ ਹੋਣਾ ਹੈ, ਦੁਨੀਆ ਕਮਾਉਣਾ ਹੈ, ਤੇ ਅਗਰ ਮੌਲਾ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਸਦੀਕਤੁਲ ਕੁਬਰਾ ਬੇਟੀ ਵਾਕਈ ਇਹ ਹੈ ਤੇ ਤੂੰ ਕਿੱਥੇ, ਕਿੱਧਰ ਹੈ? ਮੈਂ ਸ਼ਾਹ ਜੀ ਇਹ ਫਿਕਰ ਲੈ ਕੇ ਨਾ ਸਾਰੀ ਰਾਤ ਜਾਗਦਾ ਰਿਹਾ। ਸੁਬਾਹ ਮੈਂ ਆਪਣੀ ਦੁਕਾਨ ਤੇ ਗਿਆ, ਮੈਂ ਫੋਨ ਠੀਕ ਕਰ ਰਿਹਾ ਸਾਂ, ਫੋਨ ਠੀਕ ਕਰਦਿਆਂ ਫੋਨ ਛੱਡ ਦਿੱਤਾ। ਮੈਂ ਹੀਟ ਗਨ ਮੈਂ ਫੋਨ ਕਰ ਰਿਹਾ ਸੀ, ਉਹ ਮੇਰਾ ਜ਼ਿਹਨ ਕਿਤੇ ਸੀ, ਉਹ ਮੇਰੇ ਉਸਤਾਦ ਸਾਹਿਬ ਆਖਣ ਲੱਗੇ ਕਿ ਤੁਸੀਂ ਫੋਨ ਛੱਡ ਦਿੱਤਾ। ਕੀ ਕੀਤਾ? ਮੈਂ ਕਿਹਾ ਜੀ ਫੋਨ ਸੜ ਗਿਆ ਤੇ ਮੇਰੇ ਤੇ ਅੱਗੇ ਰਸੀਦ ਚੜੇ ਨੇ, ਤੁਹਾਨੂੰ ਫੋਨ ਦੀ ਪਈ ਜਾਂਦੇ। ਹੋਇਆ ਕੀ ਪਰੇਸ਼ਾਨੀ? ਕੋਈ ਪੈਸੇ ਚਾਹੀਦੇ ਨੇ, ਘਰ ਮਸਲਾ? ਮੈਂ ਜੀ ਕੋਈ ਮਸਲਾ ਨਹੀਂ, ਬੜਾ ਵੱਡਾ ਮਸਲਾ ਹੈ, ਤੁਹਾਡੀ ਸਮਝ ਨਹੀਂ ਆਣਾ। ਜ਼ੋਰ ਦਾ ਟਾਈਮ ਹੋਇਆ, ਸਾਡੇ ਸਾਹਮਣੇ ਦੁਕਾਨ ਤੇ ਮਸਜਿਦ ਸੀ, ਮੈਰਸਵਲ ਚ ਰਹਿਣਾ ਸਮਾਂ, ਇਹ ਦਿਓ ਬੰਦੀਆਂ ਦੋਸਤਾਂ ਦੀ। ਮੈਨੂੰ ਇਹ ਵੀ ਨਹੀਂ ਸੀ ਸ਼ਾਹ ਜੀ ਪਤਾ, ਯਕੀਨ ਕਰੋ ਕਿ ਮੇਰੇ ਸਿਰ ਤੇ ਕੁਰਾਨ ਪਏ ਨੇ, ਅਲਮ ਪਾਕ ਮੇਰੇ ਮੌਲਾ ਦਾ, ਇਹ ਵੀ ਨਹੀਂ ਸੀ ਪਤਾ ਦਿਓ ਬੰਦੀ ਕੌਣ ਨੇ, ਬਰੇਲਵੀ ਕੌਣ ਹੈ, ਯਾਨੀ ਪਤਾ ਹੀ ਨਹੀਂ। ਮੈਂ ਨਮਾਜ਼ ਪੜ੍ਹਨ ਚਲਾ ਗਿਆ, ਉਸ ਤਬਲੀਗੀ ਜਮਾਤ ਵਾਲੇ ਅਲਹਮਦੁਲਿਲਾ ਤਸ਼ਰੀਫ ਲੈ ਕੇ ਆਏ ਪਾਕਿਸਤਾਨ। ਉਹ ਨਮਾਜ਼ ਤੋਂ ਬਾਅਦ ਅੰਦਰ ਬੈਠੋ, ਦੀਨ ਦੀਆਂ ਗੱਲਾਂ ਹੋਣਗੀਆਂ। ਮੈਂ ਅੱਗੇ ਪਰੇਸ਼ਾਨ ਸਾਂ, ਮੈਂ ਕਿਹਾ ਚਲੋ ਯਾਰ ਇਹਨਾਂ ਨੂੰ ਦੀਨ ਲੈਣੇ, ਮੈਂ ਬੈਠ ਗਿਆ। ਉਹਨਾਂ ਅਲਹਮਦੁਲਿਲਾ ਸ਼ੁਰੂ ਇੱਥੋਂ ਕੀਤਾ, ਉਹਨਾਂ ਕਹਾ ਜੀ ਅੱਲਾ ਜਿਸੇ ਇੱਜ਼ਤ ਦੇ, ਜਿਸੇ ਚਾਹੇ ਜ਼ਿਲਤ ਦੇ, ਜਿਸੇ ਚਾਹੇ ਇਸਲਾਮ ਦੇ ਦੇ, ਜਿਸੇ ਚਾਹੇ ਕੁਫਰ ਦੇ ਦੇ। ਉਹਨਾਂ ਸ਼ੁਰੂ ਮੇਰੇ ਪੀਰ ਤੋਂ ਕਰ ਲਈ। ਉਹਨਾਂ ਕਿ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਵੇਖੋ ਕਿੰਨੀ ਸ਼ਾਨ ਦੇ ਮਾਲਕ ਨੇ, ਖੁਲਫਾਏ ਰਾਸ਼ਦੀਨ ਨੇ, ਤੇ ਉਹਨਾਂ ਦੇ ਵਾਲਿਦ ਜਿਹੜੇ ਸਨ ਉਹਨਾਂ ਨੂੰ ਕਲਮਾ ਨਸੀਬ ਨਹੀਂ ਹੋਇਆ। ਮੇਰੇ ਵਾਸਤੇ ਉਹ ਵੀ ਇੱਕ ਨਵੀਂ ਗੱਲ ਸੀ। ਉਹ ਦੋ ਫਿਕਰਾਂ ਲੈ ਕੇ ਮੈਂ ਦੁਕਾਨ ਤੇ ਆ ਗਿਆ। ਮੈਂ ਆਪਣੇ ਉਸਤਾਦ ਨੂੰ ਆਖਿਆ, ਮੈਂ ਉਸਤਾਦ ਜੀ ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੇਰੇ ਸਿਰ ਨੂੰ ਦਰਦ ਹੋ ਰਹੀ। ਮੈਂ ਸ਼ਾਹ ਜੀ 3 ਦਿਨ ਐਸੇ ਕਸ਼ਮਕਸ਼ ਰਿਹਾ, ਉੱਥੇ ਮੁਹਰਮ ਆ ਗਿਆ। ਉਸੇ ਲਗਾ ਨੂੰ ਮੈਂ ਕਿਹਾ ਮੈਨੂੰ ਨਾਲ ਲੈ ਜਾ ਯਾਰ, ਸ਼ਾਮ ਨੂੰ ਜਿੱਥੇ ਚੱਲਣਾ। ਉਹ ਉੱਥੇ ਸਾਰੇ ਮੋਮਨੀਨ ਜਿਹੜੇ ਸਨ 10-15 ਉਹ ਇਕੱਠੇ ਹੋ ਕੇ ਘਰ ਦੇ ਵਿੱਚ LCD ਲਾ ਕੇ ਨਾ ਜੀ, ਤੇ ਉਹ ਮਜਲਿਸ ਪਾਕ ਸੁਣਦੇ ਸਨ ਤੇ ਬਾਅਦ ਚ ਮਾਤਮਦਾਰੀ ਕਰਦੇ ਸਨ। ਅਬਦੁਲ ਹਕੀਮ ਤੁਰਾਬੀ ਸਾਹਿਬ ਮੌਲਾ ਦਰਜਾਤ ਬੁਲੰਦ ਕਰ, ਮੈਨੂੰ ਉਹਨਾਂ ਦਾ ਕੋਈ ਤਾਰਫ ਨਹੀਂ ਸੀ। ਉਹ ਮੈਂ ਨਾ ਜਦੋਂ ਜਾ ਕੇ ਵੇਖਿਆ ਤੇ ਮੈਂ ਇਕੱਲਾ ਬਹਿ ਕੇ ਹੱਸਾਂ। ਉਹ ਪਤਾ ਨਹੀਂ ਕੀ ਪੜ੍ਹਦੇ ਨੇ ਤੇ ਅੱਗੇ ਬੈਠੇ ਬੰਦੇ ਵਾਹ ਕਰੀ ਜਾਂਦੇ ਨੇ। ਉਹ ਜਿਹੜੇ ਬੰਦੇ ਪੜ੍ਹੇ ਬੈਠੇ ਸਨ ਸ਼ਾਹ ਜੀ, ਉਹ ਪੜ੍ਹੇ ਲਿਖੇ ਬੰਦੇ, ਔਰ ਕਿਸੇ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ, ਕਿਸੇ ਦੀ ਗਰੋਸਰੀ ਦੀ ਦੁਕਾਨ ਹੈ, ਅਮੀਰ ਤਰੀਨ ਲੋਕ, ਪੜ੍ਹੇ ਵਾਲੇ ਬੰਦੇ। ਮੈਂ ਪਰੇਸ਼ਾਨ, ਐਡੇ ਕਾਬਲ ਬੰਦੇ ਤੇ ਬੰਦੇ ਨੂੰ ਕੀ ਵਾਹ, ਹੁਣ ਮੈਨੂੰ ਕੀ ਪਤਾ ਉਹ ਕੀ ਪੇ ਪੜ੍ਹਦਾ। ਅੱਛਾ ਉਹ ਪੜ੍ਹ ਰਹੇ ਨੇ, ਸੁਣ ਰਹੇ ਨੇ। ਬਾਅਦ ਚ ਉਹਨਾਂ ਨੇ ਮਾਤਮਦਾਰੀ ਸ਼ੁਰੂ ਕੀਤੀ, ਨੋਹਾ ਪੜਿਆ ਮਾਤਮਦਾਰੀ। ਮੈਂ ਲੰਗਰ ਕੀਤਾ, ਮਾਤਮਦਾਰੀ ਨਹੀਂ ਕੀਤੀ। ਮੈਂ ਵੀਡੀਓ ਬਣਾਉਣ ਲੱਗ ਪਿਆ ਉਹਨਾਂ ਦੀ ਮਾਤਮੀਆਂ ਦੀ, ਐਜ਼ ਏ ਮਜ਼ਾਕਨ, ਇਹ ਵੇ ਕੀ ਕਰਨ ਦੇ ਜ਼ਿਹਨ ਚ ਤਸੱਵਰ ਸੀ ਕਿ ਆਪੇ ਮਾਰਿਆ ਆਪੇ ਪਿੱਟ ਦੇ। 7 ਮੁਹਰਮ ਤੱਕ ਮੈਂ ਇਸ ਤਰ੍ਹਾਂ ਕਰਦਾ, ਲੰਗਰ ਕਰਦਾ ਨਾਲ। 8 ਮੁਹਰਮ ਮੈਂ ਮਾੜਾ ਨਾਲ ਮਾਤਮ ਕਰਨਾ। ਰਜ਼ਾ ਭਾਈ ਨੇ ਮੈਨੂੰ ਵੇਖਿਆ ਤੇ ਮੈਨੂੰ ਆ ਕੇ ਆਂਦੇ ਨੇ ਕਮਰੇ ਚ ਕਿ ਇਰਫਾਨ ਭਾਈ ਇਹ ਕੀ ਕਰ ਰਹੇ ਸੀ? ਮੈਂ ਕਿਹਾ ਭਾਈ ਜਾਨ ਸੱਚੀ ਗੱਲ ਦੱਸਾਂ, ਰੋਜ਼ ਤੁਹਾਡੇ ਪੱਲੇ ਰੋਟੀ ਖਾਈਦੀ ਹੈ ਤੇ ਅੱਜ ਮੈਨੂੰ ਸ਼ਰਮ ਬੜੀ ਆਈ ਕਿ ਤੁਸੀਂ ਆਖੋਗੇ ਕਿ ਰੋਟੀ ਖਾ ਜਾਂਦਾ, ਸਿਰਫ ਤੁਹਾਨੂੰ ਖੁਸ਼ ਕਰਨ ਵਾਸਤੇ ਮੈਂ 2 ਹੱਥ ਮਾਰੇ ਜੇ, ਵੈਸੇ ਮੈਂ ਤੁਹਾਡੇ ਵਾਲਾ ਨਹੀਂ ਜੇ। ਠੀਕ ਹੈ। ਉਹ ਮੁਸਕਰਾਏ ਮਾੜਾ ਜਿਹਾ, ਉਹਨਾਂ ਕੋਈ ਗੱਲ ਨਹੀਂ। 10 ਮੁਹਰਮ ਗੁਜ਼ਰਿਆ ਸ਼ਾਹ ਜੀ ਤੇ ਮੈਂ ਇੰਤਹਾਈ ਪਰੇਸ਼ਾਨ ਹੋ ਗਿਆ। ਮੈਂ ਕਿਹਾ ਵੀ ਇੱਥੇ ਮੈਂ ਕਿੱਥੋਂ ਤਹਿਕੀਕ ਕਰਾਂ, ਕਿੱਥੋਂ ਬਾਗੇ ਫਤਿਹ, ਕਿਹਨੂੰ ਪੁੱਛਾਂ, ਕਾਲਿਆਂ ਨੂੰ ਪੁੱਛਾਂ, ਮੈਂ ਕਿਹਨੂੰ ਪੁੱਛਾਂ? ਸ਼ਾਹ ਜੀ ਮੈਂ ਫੈਸਲਾ ਕੀਤਾ ਕਿ ਅਗਰ ਇੱਥੇ ਮੈਂ ਦੁਨੀਆ ਛੱਡ ਗਿਆ ਤੇ ਮੈਂ ਨਬੀਆਂ ਦੇ ਸੁਲਤਾਨ ਨੂੰ ਮੂੰਹ ਕੀ ਵਿਖਾਉਣਾ। ਅਗਰ ਇਹ ਗੱਲ ਸੱਚੀ ਹੋਈ ਤਾਂ ਮੈਂ ਕੀ ਕਰਾਂਗਾ? ਸ਼ਾਹ ਜੀ ਮੈਂ ਵਾਲਿਦ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਜੀ ਮੈਂ ਪਰੇਸ਼ਾਨ ਹਾਂ। ਉਹਨਾਂ ਆਖਿਆ ਵਾਪਸ ਆ ਜਾ। ਉਹਨਾਂ ਮੇਰੀ ਟਿਕਟ ਕਰਾਈ ਇੱਥੋਂ ਪਾਕਿਸਤਾਨ, ਮੈਂ ਵਾਪਸ ਆ ਗਿਆ। ਮੈਂ ਸ਼ਾਹ ਜੀ ਆ ਕੇ ਤਹਿਕੀਕ ਕਰਨੀ ਸ਼ੁਰੂ ਕਰ ਦਿੱਤੀ। ਮੈਂ 1-2 ਬੰਦੇ ਨੂੰ ਸਵਾਲ ਕੀਤੇ ਮੋਮਨੀਨ ਨੂੰ, ਉਹਨਾਂ ਮੈਨੂੰ ਆਖਿਆ ਵੀ ਕਿਤਾਬ ਦੱਸਦੇ ਆ ਅੱਜ ਨੂੰ, ਕੱਲ ਨੂੰ, ਪਰਸੋਂ ਨੂੰ। ਮੁਖਤਸਰ ਹੈ ਕਿ ਮੈਂ ਅਮੀਰਪੁਰ ਬਾਜ਼ਾਰ ਗੁਜ਼ਰ ਰਿਹਾ ਸਾਂ, ਲੈਣ ਗਿਆ ਸਾਂ ਮੋਬਾਈਲਾਂ ਦਾ ਸਮਾਨ ਦੁਕਾਨ ਵਾਸਤੇ, ਤੇ ਉੱਥੋਂ ਲੈ ਕੇ ਕੁਝ ਹੋਰ ਹੀ ਆ ਗਿਆ। ਉਹ ਮੈਂ ਗੁਜ਼ਰਨ ਡਿਆ ਦੁਕਾਨਾਂ ਵੇਖੀਆਂ, ਮੈਂ ਕਿਤਾਬਾਂ ਵਾਲੀਆਂ, ਉੱਥੋਂ ਮੈਂ ਮੁਹਰਮ ਪੜ੍ਹਦਾ। ਮੈਂ ਅੰਬਰ ਗਿਆ ਹਜ਼ਰੀ ਅਲਹਮਦੁਲਿਲਾ 5 ਸਾਲ ਹੋ ਗਏ। ਜੀ ਮੈਂ ਦੇਖਿਆ ਉਹ ਸ਼ਾਹ ਸਾਹਿਬ। ਮੈਂ ਦੁਕਾਨ ਵੇਖੀ ਤੇ ਬਾਰਿਸ਼ ਵੇਖੇ ਦੁਕਾਨਦਾਰ, ਮੈਂ ਉਹਨਾਂ ਕੋਲ ਜਾ ਕੇ ਅਸਲਾਮ ਅਲੈਕੁਮ, ਉਹਨਾਂ ਆਖਿਆ ਮੈਨੂੰ ਵਾਲੇਕੁਮ ਅਸਲਾਮ ਵਰਹਿਮਤੁਲਾਹਿ ਵਬਰਕਾਤੁਹੂ। ਮੈਂ ਬਾਹਰ ਹੀ ਖੜਿਆ ਹੋ ਕੇ ਨਾ ਜੀ, ਮੈਂ ਕਿਹਾ ਜੀ ਕਿਬਲਾ, ਉਹ ਤੁਹਾਡੇ ਕੋਲ ਕਿਬਲਾ ਨਹੀਂ ਮੌਲਵੀ ਸਾਹਿਬ, ਉਦੋਂ ਕਿਬਲਾ ਦਾ ਮੈਨੂੰ ਕੀ ਪਤਾ ਸੀ। ਮੈਂ ਮੌਲਵੀ ਸਾਹਿਬ ਉਹ ਫਿਦਕ ਕੇ ਫਦਕ ਕੋਈ ਇਹੋ ਜਿਹੀ ਗੱਲ ਹੈ ਜੀ? ਮੈਂ ਉਹਨਾਂ ਨੇ ਐਨਕਸਾਂ ਨੇ ਮੈਨੂੰ ਵੇਖਿਆ, ਆਂਦੇ ਸ਼ੀਆ ਹੈ? ਮੈਂ ਕਿਹਾ ਤੋਬਾ ਨਹੀਂ ਜੀ, ਮੈਂ ਨਹੀਂ ਜੀ ਸ਼ੀਆ, ਅੰਦਰ ਆ ਜਾਓ। ਕੀ ਗੱਲ ਬਣੀ? ਮੈਂ ਕਿਹਾ ਜੀ ਉਹ ਫਿਦਕ ਕੀ ਉਹ ਕਿਤਾਬ ਹੈ ਕੋਈ ਐਸਾ ਵਾਕਿਆ? ਉਹਨਾਂ ਆਖਿਆ ਬੱਚਿਆ ਉਹ ਬੁਖਾਰੀ ਦਾ ਸੱਟ ਲੈ ਕੇ ਆ। ਠੀਕ। ਉਹਨਾਂ ਮੈਨੂੰ ਬੁਖਾਰੀ ਵੀ ਦਿੱਤੀ, ਮੁਸਲਮ ਵੀ ਦਿੱਤੀ। ਮੈਂ ਉਹਨਾਂ ਦੀ ਦੁਕਾਨ 'ਚ ਫਿਰਨ ਲੱਗ ਪਿਆ। ਜਿਸ ਕਿਤਾਬ ਤੇ ਮੈਨੂੰ ਮਜ਼ਹਬ ਅਹਿਲੇ ਬੈਤ ਨਜ਼ਰ ਆਉਂਦਾ ਸੀ ਨਾ, ਕੋਈ ਲਿਖਿਆ ਉਹਨਾਂ ਦੀ ਸ਼ਾਨ ਜਾਂ 5 ਤਨ ਪਾਕ, ਉਹ ਮੈਂ ਉਹ ਕਿਤਾਬ ਕੱਢੀ ਗਿਆ। ਉਹ ਜਿਹੜੇ ਪੈਸੇ ਮੈਂ ਖੜੇ ਸਨ ਮੋਬਾਈਲਾਂ ਵਾਸਤੇ ਜੀ, ਮੈਂ ਉਹ ਕਿਤਾਬਾਂ ਲੈ ਲਈ। ਵਾਹ। ਉਹ ਮੈਂ ਮੋਟਰਸਾਈਕਲ ਦੇ ਅੱਗੇ ਰੱਖ ਕੇ ਸ਼ਾਹ ਜੀ ਆਪਣੀ ਸ਼ਾਪ ਤੇ ਆ ਗਿਆ। ਮੈਂ ਉਹ ਕਿਤਾਬਾਂ ਲੈ ਕੇ ਤੇ ਮੈਂ ਸਰ ਆਪਣੇ ਕਾਊਂਟਰ 'ਚ ਲਾ ਦਿੱਤੇ, ਮੋਬਾਈਲ ਲਾਉਣੇ ਸਨ ਜੀ, ਉੱਥੇ ਕਿਤਾਬਾਂ ਲਾ ਦਿੱਤੀਆਂ। ਠੀਕ। ਲਓ ਜੀ ਮੈਂ ਬੁਖਾਰੀ ਸ਼ਰੀਫ ਤੋਂ ਸਟੱਡੀ ਸ਼ੁਰੂ ਕੀਤੀ ਸ਼ਾਹ ਸਾਹਿਬ। ਫਿਰ ਐਸਾ ਮੈਨੂੰ ਬੁਖਾਰ ਚੜਿਆ ਕਿ ਫਦਕ ਅਜੇ ਪਿੱਛੇ ਸੀ, ਤੇ ਫਿਰ ਉਹਦੇ 'ਚ ਐਸੀਆਂ ਚੀਜ਼ਾਂ ਸਨ ਕਿ ਮੇਰਾ ਸਿਰ ਚਕਰਾ ਗਿਆ ਕਿ ਯਾਰ ਇਹ ਕੀ ਪਿਆ ਬਣਦਾ। ਫਿਰ ਮੈਂ ਸ਼ਾਹ ਜੀ
ਉਹਦੇ ਚੋਂ ਫਦਕ ਵੀ ਮਿਲ ਗਿਆ, ਉਹਦੇ ਚੋਂ ਮੈਨੂੰ ਬੜਾ ਕੁਝ ਮਿਲ ਗਿਆ। ਫਿਰ ਮੈਂ ਕੁਰਾਨ ਮਜੀਦ ਤੇ ਸਟੱਡੀ ਕਰਨੀ ਸ਼ੁਰੂ ਕੀਤੀ। ਫਿਰ ਮੈਂ ਸੋਚਿਆ ਕਿ ਕੋਈ ਸ਼ੀਆ ਆਲਮ ਦੀਨ ਸੁਣਿਆ ਜਾਵੇ, ਕੀ ਪੜ੍ਹਦੇ ਨੇ। ਉਹ ਮੈਂ ਨੈਟ ਦੇ ਉੱਤੇ ਲਿਖਿਆ ਸ਼ੀਆ ਮੌਲਵੀ, ਸਰਚ ਕੀਤਾ ਤੇ ਪਹਿਲੀ ਮਜਲਿਸ ਨਿਕਲ ਆਈ ਅਲਾਮਾ ਅਲੀ ਨਸਰ ਹੁਸੈਨੀ ਤਲਹੜਾ ਸਾਹਿਬ। ਮਾਸ਼ਾਅੱਲਾ। ਮੈਂ ਸੋਚਿਆ ਪੰਜਾਬੀ ਬੰਦਾ ਅੱਗੇ ਕੁਰਾਨ, ਸੁਭਾਨ ਅੱਲਾ। ਮੈਂ ਸੁਣਿਆ ਸੀ ਸ਼ੀਆ ਕੁਰਾਨ ਨੂੰ ਮੰਨਦੇ ਨਹੀਂ। ਇਹ ਇਹਨਾਂ ਦੇ ਮੌਲਵੀ ਸਾਹਿਬ ਮਿੰਟ ਕੇ ਬਾਅਦ ਮੇਰੇ ਕੁਰਾਨ ਤੇ ਹੱਥੇ, ਕੁਰਾਨ ਤੇ ਹੱਥੇ, ਕੁਰਾਨ ਤੇ ਹੱਥੇ। ਮੈਂ ਮਜ਼ੀਦ ਮੁਤਾਸਰ ਹੋਇਆ। ਮੈਂ ਉਹਨਾਂ ਦੀ ਜੋ ਮਜਲਿਸ ਪਾਕ ਸੁਣੀ, ਨਿਸ਼ਾਨੀਆਂ ਲਾਈਆਂ ਆਇਤਾਂ ਤੇ, ਕੁਰਾਨ ਪਾਕ ਘਰ ਪਿਆ ਸੀ, ਉਹ ਖੜਿਆ, ਸਟੱਡੀ ਮਜ਼ੀਦ ਸ਼ੁਰੂ ਕਰ ਦਿੱਤੀ। ਠੀਕ। ਤਕਰੀਬਨ ਸ਼ਾਇਦ 3 ਮਹੀਨੇ ਤੋਂ ਬਾਅਦ ਅਲਹਮਦੁਲਿल्लाह रब्बिल आलमीन मैं आख दिता कि अल्हम्दुलिल्लाह रब्बिल आलमीन ला इलाहा इल्लल्लाह मुहम्मद रसूलुल्लाह अली वलीउल्लाह वसी रसूलुल्लाह व खलीफातुहु बिला फसल। ਇੰਨਾ ਕਹਿਣ ਦੇ ਦੇਰ ਆਲਮ ਪਾਕ ਮੈਂ ਲਾਇਆ ਛੱਤ ਤੇ ਜੀ। ਸਭ ਨੂੰ ਪਹਿਲਾਂ ਵਾਲਦਾ ਥੋੜਾ ਜਿਹਾ ਉਹਨਾਂ ਇਖਤਲਾਫ ਕੀਤੇ ਕਿ ਬੇਟਾ ਤੂੰ ਇਹ ਤੇ ਸ਼ੀਆਂ ਦਾ ਝੰਡਾ ਹੈ। ਮੈਂ ਕਿਹਾ ਅਮੀ ਜੀ ਸ਼ੀਆਂ ਦਾ ਝੰਡਾ ਨਹੀਂ। ਉਹਨਾਂ ਆਖਿਆ ਨਹੀਂ ਪੁੱਤਰ ਇਹ ਸ਼ੀਆਂ ਦਾ ਝੰਡਾ ਹੈ। ਮੈਂ ਉਹ ਨਾਲ ਸਬਜ਼ ਲਗਾ ਸੀ ਝੰਡਾ ਨਾ, ਰਬੀਉਲ ਅਵਲ ਚ ਮੌਲਾ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦਾ ਜ਼ਹੂਰੇ ਮੁਕੱਦਸ ਲੱਗਦਾ। ਮੈਨੂੰ ਆਖਣ ਲੱਗਾ, ਮੈਂ ਕਿਹਾ ਜੀ ਇਹ ਕੀ ਲੱਗਾ। ਉਹ ਫਿਰ ਇੱਕ ਪੰਜਾਬੀ ਚ ਫਰਮਾਉਣ ਲੱਗੇ ਸੋਹਣੇ ਦੀ ਆਮਦ ਦਾ। ਵਾਹ। ਮੈਂ ਫਿਰ ਜੁਮਲਾ ਆਖਿਆ, ਮੈਂ ਕਿਹਾ ਇਹ ਸੋਹਣੇ ਦੇ ਉਜੜਨ ਦਾ। ਹਾਏ ਹਾਏ। ਉਹ ਫਿਰ ਜ਼ਾਹਰ ਹੈ ਉਹ ਦਰਦ ਹੈ ਨਾ, ਉਹ ਥੋੜਾ ਜਿਹਾ ਪਰੇਸ਼ਾਨ ਹੋਏ। ਕੀ ਮਤਲਬ? ਮੈਂ ਕਿਹਾ ਇਹ ਜਿਸ ਸੋਹਣੇ ਦੀ ਖੁਸ਼ੀ ਹੈ ਨਾ, ਇਹ ਉਸ ਸੋਹਣੇ ਦੇ ਗਮ ਦਾ। ਤੇ ਮੈਂ ਕਿਹਾ ਜੀ ਖੁਸ਼ੀ ਤੇ ਬੰਦਾ ਰਹਿ ਜਾਵੇ ਤੇ ਬੰਦੇ ਮਾਫ ਕਰ ਛੱਡਦੇ ਨੇ, ਗਮ ਵਾਲੇ ਨੂੰ ਮਾਫ ਨਹੀਂ ਕਰਦੇ। ਬੰਦਿਆਂ ਤੂੰ ਮੇਰੇ ਗਮ ਤੇ ਕਿਉਂ ਨਹੀਂ ਆਇਆ? ਉਹਨਾਂ ਆਖਿਆ ਚਲ ਪੁੱਤਰ ਲਾ ਲਾ, ਲੇਕਿਨ ਫਿਰ ਮਾਤਮ ਨਾ ਕਰੀ। ਹਈਆ ਹਈਆ ਮੈਨੂੰ ਯਾਦ ਬਾਲ ਹਈਆ ਹਈਆ। ਮੈਂ ਕਿਹਾ ਜੀ ਨਹੀਂ ਕਰਦਾ। ਉਹ ਮੈਂ ਸ਼ਾਹ ਜੀ ਆਲਮ ਪਾਕ ਲਾਇਆ, ਸਾਰਾ ਇਲਾਕਾ ਪਰੇਸ਼ਾਨ ਹੋ ਗਿਆ। ਉਹ ਸਵਾਲ ਸ਼ੁਰੂ ਹੋ ਗਏ, ਇਹ ਕੀ ਹੈ, ਇਹ ਕੀ ਹੈ? ਮੈਂ ਆਖਿਆ ਯਾਰ ਮੈਂ ਝੰਡਾ ਲਾਇਆ ਸੀ ਪੀਟੀਆਈ ਦਾ, ਮੈਨੂੰ ਕਿਸੇ ਨੇ ਪੁੱਛਿਆ। ਮੈਂ ਕਿਸੇ ਸਾਲ ਲਾਇਆ ਨੂਨ ਲੀਗ ਦਾ, ਮੈਨੂੰ ਕਿਸੇ ਨੇ ਪੁੱਛਿਆ। ਮੈਂ ਕਿਸੇ ਸਾਲ ਲਾਇਆ ਪੀਪਲ ਪਾਰਟੀ ਦਾ, ਮੈਨੂੰ ਕਿਸੇ ਨੇ ਪੁੱਛਿਆ। ਜੇ ਮੈਂ ਡਿਸ਼ ਵਾਲੀ ਐਂਟੀਨਾ ਲਾਇਆ ਤਾਂ ਮੈਨੂੰ ਤਾਂ ਨਹੀਂ ਪੁੱਛਿਆ। ਬਲਕਿ ਇਹ ਬੰਨਿਆ ਆਖਿਆ ਮੁਸਲਮਾਨਾਂ ਵੀ ਯਾਰ ਸਾਨੂੰ ਵੀ ਕਨੈਕਸ਼ਨ ਨਹੀਂ, ਜਰਾ ਅਸੀਂ ਵੀ ਕੋਈ ਸ਼ੁਗਲ ਮੇਲਾ ਵੇਖੀਏ। ਇਹ ਸ਼ੁਗਲ ਮੇਲਾ ਵੇਖਣ ਵਾਸਤੇ ਤੁਸੀਂ ਮੈਨੂੰ ਕੁਝ ਨਹੀਂ ਆਖਿਆ। ਤੇ ਮੈਂ ਇਸ ਮੁਹਾਫਜ਼ੇ ਇਸਲਾਮ ਦਾ ਆਲਮ ਲਾਇਆ। ਸੁਭਾਨ ਅੱਲਾਹ। ਤੇ ਯਾਰ ਤੁਸੀਂ ਮੇਰੇ ਖਿਲਾਫ ਹੋ ਗਏ। ਸ਼ਾਹ ਜੀ ਉਹ ਸਾਰੇ ਬੰਦੇ ਫਿਰ ਤੁਹਾਨੂੰ ਪਤਾ ਜਦੋਂ ਦਲੀਲ ਨਾਲ ਇਹ ਬੰਦੇ ਲੜਦੇ ਨੇ ਜਾਂ ਬੰਦੇ ਫਿਰ ਉਹ ਫਿਰ ਕਿਸੇ ਮਿਹਰਬਾਨ ਨੇ ਖੈਰ ਕੀਤੀ, ਉਸ ਮਿਹਰਬਾਨ ਨੇ ਮੈਨੂੰ ਤੋਂ ਪਰਚਾ ਪੁਰਚਾ ਕਰਾਤਾ ਕੋਈ। ਫਿਰ ਮੈਂ 13 ਮਹੀਨੇ ਸ਼ਾਹ ਜੀ ਅਲਹਮਦੁਲਿल्लाह ਸੁਨਨਤ ਇਮਾਮ ਵੀ ਕੀਤੀ, ਅੰਦਰ ਰਿਹਾ। ਫਿਰ ਮੌਲਾ ਨੇ ਆਜ਼ਾਦੀ ਦਿੱਤੀ। ਵਾਪਸ ਆ ਕੇ ਫਿਰ ਮੌਲਾ ਨੇ ਮੈਂਬਰ ਪਾਕ ਤੇ ਖਿਲਾ ਰਿਹਾ ਆਪਣੇ ਤੇ, ਕਿਬਲਾ ਸਾਹਿਬ ਨਾਲ ਸ਼ਕਲ ਕੀਤੀ। ਸ਼ਕਲ ਕਰਨ ਤੋਂ ਬਾਅਦ ਮੈਂ ਵਾਪਸ ਆਇਆ। ਫਿਰ ਮੈਨੂੰ ਅਲਹਮਦੁਲਿल्लाह ਰੱਬਿਲ ਆਲਮੀਨ ਮੇਰੀ ਜ਼ੌਜਾ ਨੇ ਵੀ ਅਲੀ ਵਲੀ ਦਾ ਪੜਿਆ। ਫਿਰ ਮੇਰਾ ਬੇਟਾ ਅਲੀ ਹਸਨ ਵੱਡਾ ਉਹਨੇ ਪੜਿਆ, ਫਿਰ ਅਹਿਮਦ ਹਸਨ ਪੜਿਆ, ਫਿਰ ਅਲੀ ਅਸਗਰ ਪੜਿਆ। ਅੱਜ ਇਹ ਸੂਰਤ ਹਾਲ ਹੈ ਸ਼ਾਹ ਜੀ ਕਿ ਜ਼ਿੰਦਗੀ मुतमिन है और मोहम्मद वाले मोहम्मद की वकालत करी दी और किसी के खिलाफ कोई ऐसा कोई फिरकाबारी ना, कोई फिरकाबारा ना नहीं, लेकिन सिर्फ इन्ना आखिदा है यार अल्लाह पाक कुरान पाक च आखिया कि कुरान समझ के पढ़ो, कुरान ते फिक्र करो। अल्लाह दा या अय्युहल्लज़ीना आमनु तकुल्लाह व कूनु मास सादिकीन, ऐ ईमान वालों अल्लाह से डरो, डरो अल्लाह से, बंदों से नहीं। अल्लाह से डरो, सच्चों के साथ हो जाओ। सच्चे वेला कुरान च बखाते मौला मुस्तफा सल्लल्लाहु अलैहि वसल्लम 4 सच्चे नाल लेके मुबाहला में चले गए, वो भी कुरान ठीक है। वो 5 सच्चे कुरान च वाज़े खड़े ने 5। ਹੁਣ ਅੱਲਾਹ ਫਰਮਾਨਾ ਦੇ ਨਾਲ ਹੋ ਜਾਓ। ਹੁਣ ਮੈਂ ਪਹਿਲਾਂ ਸਿਰਫ ਨਬੀ ਨਾਲ ਸਾਂ, ਅੰਨਾ ਹਾਂ ਲੱਬੈਕ ਯਾ ਰਸੂਲ ਅੱਲਾਹ। ਉਸ ਤੋਂ ਬਾਅਦ ਮੈਂ ਕਹਿਣ ਲੱਗ ਪਿਆ ਲੱਬੈਕ ਯਾ ਅਲੀ, ਲੱਬੈਕ ਯਾ ਸੈਯਦਾ, ਲੱਬੈਕ ਯਾ ਹਸਨੈਨ ਕਰੀਮੈਨ। ਤੇ ਬੰਦੇ ਕਾਫਰ ਆਖਣ ਲੱਗ ਪਏ। ਮੈਂ ਕਿਹਾ ਜੇ ਇਹਨਾਂ ਦੀ ਮੁਹੱਬਤ ਤੁਸੀਂ ਕਾਫਰ ਛੱਡ ਕੇ ਮੁਸ਼ਰਿਕ ਵੀ ਆਖੋ ਤਾਂ ਮੈਨੂੰ ਕਬੂਲ ਹੈ। ਅਲਹਮਦੁਲਿल्लाह ਰੱਬਿਲ ਆਲਮੀਨ। ਅੱਜ ਮੈਂ ਖਤੀਬ ਆ ਛੋਟਾ ਜਿਹਾ ਮੌਲਾ ਦਾ, ਉਹਨਾਂ ਦੀ ਡਿਊਟੀ ਦੇ ਰਹੀ ਹੈ ਔਰ ਲੋਕਾਂ ਨੂੰ ਦੱਸੀਦਾ ਕਿ ਪਾਕ ਸੈਯਦਾ ਨੂੰ ਸਦੀਕਾਤੁਲ ਕੁਬਰਾ ਨੂੰ ਮੌਲਾ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ 4 ਬੇਟੀਆਂ ਨੇ, ਇੱਕ ਬੇਟੀ ਹੈ। ਪਾਕ ਸੈਯਦਾ ਜੰਨਤ ਦੇ ਮਾਲਕ ਨੇ, ਉਹਨਾਂ ਦੇ ਸ਼ੌਹਰ ਜੰਨਤ ਦੇ ਮਾਲਕ ਨੇ, ਉਹਨਾਂ ਦੇ ਬੇਟੇ ਜੰਨਤ ਦੇ ਮਾਲਕ ਨੇ। ਸਭ ਨੂੰ ਮੰਨੋ, ਬੇਸ਼ੱਕ ਮੰਨੋ, ਜੋ ਹੈ ਕੋਈ ਉਹਨੂੰ ਉਹ ਮੰਨੋ। ਜੰਨਤ ਦੇ ਮਾਲਕ ਹੋਰ ਨੇ, ਬਿਲਕੁਲ ਜੰਨਤ ਵਿੱਚ ਜਾਣ ਵਾਲੇ ਹੋਰ ਨੇ। ਮਾਸ਼ਾਅੱਲਾ ਲਾਮਾ ਸਾਹਿਬ ਤੁਸੀਂ ਮਜਾਲਿਸ ਸੇ ਪੜ੍ਹਦੇ ਹੋ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਕਨਵਰਟਡ ਹੋ। ਇਹ ਤਾਂ ਮੈਨੂੰ ਬਾਅਦ ਜਦੋਂ ਪਤਾ ਲੱਗਾ ਤਾਂ ਮੈਂ ਸੋਚਿਆ ਕਿ ਇਹ ਪੈਗਾਮ ਸਾਰੀ ਦੁਨੀਆ ਤੱਕ ਜਾਣਾ ਚਾਹੀਦਾ ਹੈ। ਦੂਸਰਾ ਮੈਨੂੰ ਇਹ ਤੁਸੀਂ ਦੱਸੋ ਕਿ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੋ ਤੁਸੀਂ ਅਲਮ ਲਗਾਇਆ ਤੇ ਤੁਹਾਡੀ ਮੁਖਾਲਫਤ ਹੋਈ, ਇਹ ਗਲਤ ਫਹਿਮੀਆਂ ਜਿਹੜੀਆਂ ਸ਼ੀਆ ਮਸਲਕ ਦੇ ਮੁਤਅਲਕ ਬਰਾਦਰਾਨ ਦੇ ਜ਼ਿਹਨਾਂ 'ਚ ਪਾਈਆਂ ਜਾਂਦੀਆਂ ਨੇ, ਕਿਉਂ ਪਾਈਆਂ ਜਾਂਦੀਆਂ? ਇਹਦੀ ਕੀ ਬੁਨਿਆਦੀ ਵਜ੍ਹਾ ਹੈ? ਬੁਨਿਆਦੀ ਵਜ੍ਹਾ ਸ਼ਾਹ ਜੀ ਮੁਕਸਦ ਦੱਸਾਂ ਤੇ ਬੁਗਜ਼ ਅਲੀ। ਮੈਨੂੰ ਬੰਨਿਆ ਇਹ ਗੱਲ ਆਖੀ ਕਿ ਘੋੜੇ ਦਾ ਖੂਨ ਇਹ ਦੇਗਾਂ 'ਚ ਪਾਉਂਦੇ ਨੇ। ਮੁਕਸਰ 9 ਮੁਹਰਮ ਦੀ ਰਾਤ ਪਤਾ ਨਹੀਂ ਕੀ ਕਰਦੇ ਨੇ ਜੋ ਬੰਦਿਆਂ ਨੇ ਖਰਾਫਾਤ। ਮੈਂ ਚੀਜ਼ਾਂ ਦੀ ਤਹਿਕੀਕ ਕੀਤੀ। ਫਿਰ ਮੈਂ ਇਮਾਮ ਬਾਰਗਾਹ ਗਿਆ, ਮੈਂ ਜਿੱਥੇ ਲੰਗਰ ਬਣਦਾ ਸੀ ਨਾ ਜਿਸ ਘਰ 'ਚ, ਉੱਥੇ ਬਹਿ ਰਿਹਾ ਕਿ ਮੈਂ ਵੇਖਾਂ ਇਹ ਘੋੜਾ ਕਿੱਥੇ ਲਿਆਉਂਦੇ ਨੇ, ਕੀ ਕਰਦੇ ਨੇ। ਉਹ ਹੁਣ ਟੀਨ ਘਿਓ ਦਾ ਉਤੋਂ ਢੱਕਣ ਲਾਉਂਦੇ ਸਨ ਉਹਦਾ, ਉਹ ਵਿੱਚ ਲੋਦ ਦਿੰਦੇ ਸਨ। ਮੈਂ ਹੁਣ ਬਹਿ ਕੇ ਸੋਚਣ ਡਿਆ ਕਿ ਘੋੜਾ ਬਿਮਾਰ ਵੀ ਹੋਵੇ 2 ਲੱਖ ਦਾ, ਇਨਸਾਨ ਨੂੰ ਅੱਲਾਹ ਨੇ ਸ਼ੌਰ ਦਿੱਤਾ। ਘਿਓ ਦਾ ਟੀਨ 10,000 ਦਾ, 15,000 ਦਾ, 20,000 ਦਾ। ਇਹ ਕੈਸੇ ਜਾਹਲ ਲੋਕ ਹੋਣਗੇ? ਇੱਕ ਜਾਨਵਰ ਨੂੰ ਲਿਆਉਣਗੇ, ਫਿਰ ਉਹਨੂੰ ਚੋਰੀ ਜ਼ਬਾ ਕਰਨਗੇ, ਉਹਦਾ ਖੂਨ ਕੱਢਣਗੇ, ਫਿਰ ਦੇਗਾਂ 'ਚ ਪਾਉਣਗੇ। ਉੱਤੋਂ ਜਾਂਦੇ ਨੇ ਸਾਡਾ ਪੀਰ ਅਲੀ ਹੈ ਤੇ ਅਲੀ ਵਾਲਾ ਜਾਹਲ ਨਹੀਂ ਹੁੰਦਾ। ਉਹ ਮੈਂ ਸ਼ਰਮਿੰਦਾ ਹੋਇਆ। ਫਿਰ ਮੈਂ 9 ਮੁਹਰਮ ਦੀ ਰਾਤ ਮੈਂ ਉੱਥੇ ਬਹਿ ਰਿਹਾ ਇਮਾਮ ਬਾਰਗਾਹ 'ਚ, ਲਾਈਟਾਂ ਬੰਦ ਹੋਈਆਂ, ਸੁਰਖ ਲਾਈਟ ਜਲੀ, ਉਧਰ ਮਸਤੂਰਾਤ ਰੋ ਰਹੀਆਂ ਨੇ, ਇੱਧਰ ਮਰਦ ਰੋ ਰਹੇ ਨੇ, ਯਾ ਹੁਸੈਨ ਯਾ ਹੁਸੈਨ। ਉੱਥੇ ਮੈਂ ਜਦੋਂ ਵੇਖਿਆ ਮੈਂ ਕਿਹਾ ਯਾਰ ਲੋਕ ਇਹਨਾਂ ਬਾਰੇ ਕੀ ਆਂਦੇ ਨੇ ਤੇ ਇਹ ਕੀ ਕਰਨ ਰਹੇ ਨੇ। 10 ਮੁਹਰਮ ਨੂੰ ਲੋਕ ਕ੍ਰਿਕਟ ਖੇਡ ਰਹੇ ਸਨ, 10 ਮੁਹਰਮ ਨੂੰ ਲੋਕ ਮਰੀ ਗਏ ਸਨ, ਸ਼ੀਆ ਰੋ ਰਹੇ ਸਨ। ਫਿਰ ਉਦੋਂ ਮੈਂ ਸਾਰੀ ਤਕਸੀਮ ਕੱਢੀ ਕਿ ਸਿਰਫ ਬੁਗਜ਼ ਅਹਿਲੇ ਬੈਤ
ਹੋਰ ਕੁਛ ਨਹੀਂ ਸ਼ਾਹ ਜੀ। ਅਗਰ ਗੱਲਾਂ ਨਾ ਲੋਕ ਕਰਨ, ਇਲਜ਼ਾਮਾਤ ਨਾ ਲਾਉਣ, ਤੇ ਉਹ ਲੋਕਾਂ ਨੂੰ ਪਤਾ ਜਿਹੜਾ ਇਹਨਾਂ ਦੇ ਕੋਲ ਬਹਿ ਗਿਆ, ਇਹਨਾਂ ਦਲਾਇਲ ਦੇਣੇ ਨੇ, ਇਹਨਾਂ ਆਲੇ ਮੁਹੰਮਦ ਦੇ ਫਜ਼ਾਇਲ ਦੱਸਣੇ ਨੇ, ਦੁਸ਼ਮਣ ਆਲੇ ਮੁਹੰਮਦ ਸਾਹਮਣੇ ਆ ਜਾਣੇ ਨੇ। ਲਿਹਾਜ਼ਾ ਐਸੇ ਇਲਜ਼ਾਮ ਲਾਓ ਕਿ ਬੰਦੇ ਨਾਲ ਕਰੀਬ ਹੀ ਨਾ। ਬਿਲਕੁਲ, ਹੋਰ ਕੋਈ ਵਜ੍ਹਾ ਨਹੀਂ। ਤੇ ਦੂਸਰੀ ਗੱਲ ਹੈ ਕਿ ਅੱਜ ਵੀ ਤੁਸੀਂ ਦੇਖਦੇ ਹੋ ਕਿ ਜਿਹੜਾ ਅਹਿਲੇ ਸੁन्नत ਮੁਬੱਲਗੀਨ ਇਸ ਚੀਜ਼ ਦਾ ਇਕਰਾਰ ਕਰ ਚੁੱਕੇ ਨੇ ਕਿ ਅਸੀਂ ਅਹਿਲੇ ਬੈਤ ਦਾ ਜ਼ਿਕਰ ਜ਼ਿਆਦਾ ਕਰੀਦਾ ਤੇ ਸਾਡੇ ਤੇ ਸ਼ੀਆ ਹੋਣ ਦਾ ਫਤਵਾ ਲੱਗ ਜਾਂਦਾ ਜੀ ਬਿਲਕੁਲ। ਤੇ ਜਿਹੜੇ ਲੋਕ ਇਹ ਫਤਵੇ ਲਗਾਉਂਦੇ ਨੇ ਕਿ ਕਿਆ ਉਹਨਾਂ ਨੇ ਇਹ ਹਦੀਸਾਂ ਨਹੀਂ ਪੜ੍ਹੀਆਂ? ਇਹ ਨਬੀ ਪਾਕ ਨੇ ਫਰਮਾਇਆ ਮਨ ਕੁੰਤੁ ਮੌਲਾ ਫਾਜ਼ਾ ਅਲੀਉਨ ਮੌਲਾ। ਨਬੀ ਪਾਕ ਨੇ ਫਰਮਾਇਆ ਕਿ ਜਵਾਨਾਂ ਨੇ ਜन्नत ਦੇ ਸਰਦਾਰ। ਬੇਸ਼ੱਕ। ਕਿਉਂ ਇਹ ਇਲਜ਼ਾਮਾਤ ਲਗਾਏ ਜਾਂਦੇ? ਅਹਿਲੇ ਬੈਤ ਦਾ ਜ਼ਿਕਰ ਨੂੰ ਸ਼ੀਅਤ ਨਾਲ ਮਨਸੂਬ ਕਿਉਂ ਕੀਤਾ ਗਿਆ? ਜੀ ਵੇਖੋ, ਤੁਸੀਂ ਤੁਹਾਡੇ ਇਲਮ ਚ ਹੋਏਗਾ ਕਿ ਕਾਫੀ ਅਹਿਲੇ ਸੁन्नत ਅਲਹਮਦੁਲਿਲਾ ਮੁਫਤੀ ਹਮਦਰਦ ਸਾਹਿਬ ਜੀ, ਅੱਲਾਹ ਪਾਕ ਉਹਨਾਂ ਦੀ ਤੌਫੀਕ ਅਤਾ ਕਰੇ, ਮਜ਼ੀਦ ਇਜ਼ਾਫਾ ਅੱਛਾ ਕੰਮ ਕਰ ਰਹੇ। ਅੱਛਾ, ਯਾਸੀਨ ਕਾਦਰੀ ਸਾਹਿਬ ਜੀ, ਉਹ ਹਰ ਜਗ੍ਹਾ ਆਉਂਦੇ ਨੇ ਕਿ ਅਸੀਂ ਅਹਿਲੇ ਸੁन्नत। ਅਹਿਮਦ ਅਲੀ ਹਾਕਿਮ ਸਾਹਿਬ, ਅਹਿਮਦ ਅਲੀ ਹਾਕਿਮ ਸਾਹਿਬ, ਉਹ ਉਹਨਾਂ ਕਲਾਮ ਪੜ੍ਹਦੇ ਨੇ ਤੇ ਬੰਦੇ ਉਹਨਾਂ ਦੇ ਸਿਰ ਹੋ ਜਾਂਦੇ ਨੇ। ਮੈਂ ਹੁਣ ਪੰਜਾਬੀ ਚ ਫਿਰ ਜੀ ਹੁਣ ਵਜ੍ਹਾ ਕੀ ਹੈ ਸ਼ਾਹ ਜੀ, ਮੈਨੂੰ ਸਮਝ ਆ ਗਈ ਹੈ ਜੀ। ਤੇ ਜਿਹੜੇ ਬੰਦੇ ਮੁਫਤੀ ਨੇ, ਹਾਫਿਜ਼ ਕੁਰਾਨ ਨੇ, ਮੈਂ ਹਾਫਿਜ਼ ਕੁਰਾਨ ਵੀ ਨਹੀਂ, ਮੈਨੂੰ ਸਮਝ ਆ ਗਈ ਹੈ। ਹਾਫਿਜ਼ ਕੁਰਾਨ ਨੂੰ ਸਮਝ ਕਿਉਂ ਨਹੀਂ ਆਈ? ਹਾਏ ਹਾਏ, ਹਸਦ ਇੱਕ ਐਸੀ ਬਿਮਾਰੀ ਹੈ ਨਾ ਸ਼ਾਹ ਜੀ, ਜਿਹੜੀ ਬੰਦਾ ਜ਼ਾਹਿਰ ਵੀ ਨਹੀਂ ਕਰ ਸਕਦਾ, ਅੰਦਰੋਂ ਮਰ ਜਾਂਦਾ। ਓਹੋ, ਇਹ ਜਿੰਨੇ ਲੋਕ ਨੇ ਨਾ, ਇਹਨਾਂ ਨੂੰ ਸਾਰਾ ਹੀ ਹਕੀਕਤ ਦਾ ਪਤਾ ਹੈ, ਇਹਨਾਂ ਨੂੰ ਸਾਰਾ ਹੀ ਪਤਾ ਹੈ। ਸਿਰਫ ਔਰ ਸਿਰਫ ਬੁग़ਜ਼ ਅਲੀ अलैहिस्सलाम एक ऐसी मर्ज है, खुदा दी कसम जिस बंदे ਨੂੰ ਇਹ ਲੱਗ ਜਾਏ ਨਾ, ਹਰ ਦਵਾਈ ਦਾ, ਹਰ ਬਿਮਾਰੀ ਦਾ ਇਲਾਜ ਸ਼ਾਹ ਜੀ ਆ ਜੇ, ਹਰ ਬਿਮਾਰੀ ਦੀ ਦਵਾਈ ਆ ਜੇ, ਹਰ ਬਿਮਾਰੀ ਦਾ ਟੈਸਟ ਕਰਾਓ ਤੇ ਸਾਹਮਣੇ ਆ ਜਾਂਦਾ ਜੇ। ਬੁग़ਜ਼ ਅਲੀ अलैहिस्सलाम ਐਸਾ ਟੈਸਟ ਹੈ, ਜਦੋਂ ਸਾਹਮਣੇ ਆਉਂਦਾ ਡਾਕਟਰਾਂ ਦਾ ਮੇਰੇ ਹੱਥ ਖੜੇ ਨੇ। ਨਬੀਆਂ ਦੇ ਸੁਲਤਾਨ ਨੇ ਸ਼ਰਤ ਰੱਖ ਛੜੀ ਸੀ ਕਿ ਮੇਰੀ ਮੁਹੱਬਤ ਮੂਮਨ ਹੋਣ ਦੀ ਅਲਾਮਤ ਨਹੀਂ, ਮੇਰੇ ਵੀਰ ਦੀ ਮੁਹੱਬਤ ਮੂਮਨ ਹੋਣ ਦੀ ਅਲਾਮਤ ਹੈ। ਕਿਉਂਕਿ ਮੌਲਾ ਮੁਸਤਫਾ ਨੂੰ ਪਤਾ ਸੀ ਉਹਦੀ ਵਹੀ ਤੋਂ ਬਗੈਰ ਬੋਲਦੇ ਨਹੀਂ ਸਨ। ਮੈਨੂੰ ਸਾਰੇ ਮੰਨਣਾ, ਮੈਨੂੰ ਆਖਣਾ ਲੱਬੈਕ ਯਾ ਰਸੂਲ ਅੱਲਾਹ। ਤੁਸੀਂ ਦੱਸੋ, ਮੌਲਾ ਅਲੀ अलैहिस्सलाम ਦੀ ਬਲਾਇਤ ਬਣਾਉਂਦੇ ਆ ਅਸੀਂ, ਪਰੇਸ਼ਾਨ ਸਾਡੇ ਬੰਦੇ ਹੋ ਜਾਂਦੇ ਨੇ ਯਾਰ। ਮੌਲਾ ਅਲੀ अलैहिस्सलाम ਦੇ ਵੀ ਮੌਲਾ ਮੁਸਤਫਾ ਨੇ। ਬੇਸ਼ੱਕ ਸ਼ਾਹ ਜੀ, ਇਸ ਤਰ੍ਹਾਂ ਹੀ ਹੈ। ਬੇਸ਼ੱਕ ਮੌਲਾ ਅਲੀ अलैहिस्सलाम ਵਜਹੁੱਲਾ ਨੇ, ਲੇਕਿਨ ਉਸ ਵਜਹੁੱਲਾ ਦਾ ਵੀ ਮੌਲਾ ਨਬੀਆਂ ਦਾ ਸੁਲਤਾਨ ਮੌਲਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ। ਮੌਲਾ ਅਲੀ अलैहिस्सलाम ਨੂੰ ਬੇਅਬ ਉਹ ਬੰਦਾ ਮੰਨੇਗਾ ਜਿਹੜਾ ਪਹਿਲਾਂ ਮੌਲਾ ਮੁਸਤਫਾ ਨੂੰ ਬੇਅਬ ਮੰਨੇ। ਜਦੋਂ ਤੱਕ ਮੌਲਾ ਮੁਸਤਫਾ ਦੀ ਮਾਰਫਤ ਨਹੀਂ, ਤੁਸੀਂ ਜਿੰਨਾ ਮਰਜ਼ੀ ਫਜ਼ਾਇਲ ਅਲੀ ਪੜ੍ਹ ਲਓ, ਇਹਨਾਂ ਲੋਕਾਂ ਨੂੰ ਸਮਝ ਨਹੀਂ ਆ ਸਕਦੀ। ਬੁग़ਜ਼ ਅਲੀ अलैहिस्सलाम ਡੱਕਾ, ਇੱਕ ਪੰਜਾਬੀ ਦਾ ਡੱਕਾ, ਇਹ ਡੱਕਾ ਇੱਥੇ ਨੂੰ ਫਸਦਾ ਸ਼ਾਹ ਜੀ। ਮੇਰੇ ਇੱਥੇ ਫਸਿਆ ਰਿਹਾ ਡੱਕਾ 33 ਸਾਲ, ਲੇਕਿਨ ਉਹ ਬੁग़ਜ਼ ਦਾ ਡੱਕਾ ਨਹੀਂ ਸੀ, ਉਹ ਡੱਕਾ ਸੀ ਜਹਾਲਤ ਦਾ, ਗਫਲਤ ਦਾ। ਜਦੋਂ ਸਾਈਆਂ ਦੀ ਮਾਰਫਤ ਆਈ ਹੈ, ਉਹ ਡੱਕਾ ਨਿਕਲ ਗਿਆ। ਅੱਜ ਬੰਦੇ ਆਂਦੇ ਨੇ ਤੂੰ ਇਹ ਕਿੱਥੋਂ ਗੱਲਾਂ ਕਰਦਾ ਹੈ? ਮੈਂ ਕਿਹਾ ਉਹ ਮਾਸੂਮ ਦਾ ਫਰमान है, जब तुम हमारी वकालत करते हो ना, बोलते तुम हो, लफ्ज़ मत आकर। तो सिर्फ बुग़्ज़ अली है शाह जी, और कुछ। लामा साहब, आखिरी पैगाम एक ਜਿਹੜਾ ਕਿ ਬਹੁਤ ਜ਼ਰੂਰੀ ਮੈਂ ਸਮਝਣਾ ਕਿ ਤੁਸੀਂ ਮਜਾਲਿਸ ਪੜ੍ਹਦੇ ਹੋ, ਜਗ੍ਹਾ ਜਗ੍ਹਾ ਮੂਮਿਨੀਨ ਦਾ ਪੈਗਾਮ ਦਿੰਦੇ ਹੋ। ਮੂਮਿਨੀਨ ਲਈ, ਸ਼ੀਆ ਨੇ ਅਲੀ ਲਈ ਕੋਈ ਪੈਗਾਮ ਜਿਹੜਾ ਕਿ ਤੁਸੀਂ ਸਮਝਦੇ ਹੋ ਕਿ ਇਸ ਵਕਤ ਦੀ ਅਹਿਮ ਜ਼ਰੂਰਤ ਹੈ, ਕੋਈ ਕਮੀ ਪਾਈ ਜਾਂਦੀ ਹੈ ਤੁਹਾਡੇ ਨਜ਼ਦੀਕ, ਉਹ ਕੀ ਹੈ? ਕੀ ਪੈਗਾਮ ਦੋ? ਪੰਜਾਬੀ ਚ ਮਿਸਾਲ ਦੇਣਾ ਮੇਰੀ ਆਦਤ ਵੀ ਹੈ ਕਿ ਮੈਂ ਆਪਣੇ ਘਰ ਦੇ ਬਾਹਰ ਲਿਖਾਇਆ ਹੋਵੇ ਯਾ ਅਲੀ ਮਦਦ। ਮੇਰੀ ਬਾਹਰ ਦੀ ਪਲੇਟ ਹੈ ਯਾ ਅਲੀ ਮਦਦ ਦੀ ਜੀ, ਲੇਕਿਨ ਅੰਦਰ ਮੇਰੇ ਫਿਰੌਨ ਹੋਵੇ ਤੇ ਧੋਖਾ। ਅਸੀਂ ਜਿੰਨੇ ਲੋਕ ਆ, ਮੈਂ ਮਦਰਸ ਪਾਕ ਪੜ੍ਹਦਾ, ਮੈਨੂੰ ਅਹਿਲੇ ਸੁन्नत ਅਲਹਮਦੁਲਿਲਾ ਜ਼ਿਆਦਾ ਸੁਣਦੇ ਨੇ ਜੀ, ਜਿਹੜੇ ਸ਼ੀਆ ਨੂੰ ਘੱਟ ਸੁਣਦੇ ਨੇ। ਕਿਉਂਕਿ ਮੈਂ ਵੀ ਨਮਾਜ਼ ਦੀ ਗੱਲ ਕਰਨੀ ਹੈ, ਰੋਜ਼ੇ ਦੀ ਗੱਲ ਕਰਨੀ ਹੈ, ਹਜ ਦੀ ਗੱਲ ਕਰਨੀ ਹੈ, ਜ਼ਕਾਤ ਦੀ ਗੱਲ ਕਰਨੀ ਹੈ, ਅਮਲ ਦੀ ਗੱਲ ਕਰਨੀ ਹੈ। ਮੋਮਨੀਨ ਆਂਦੇ ਨੇ ਕਿ ਹੁਣ ਗੱਲ ਕਰੇਗਾ ਕੋਈ ਕੁਰਾਨ ਦੀ, ਕੋਈ ਹਦੀਸ ਦੀ, ਤੇ ਅਸੀਂ ਜ਼ਰਾ ਸਿਗਰਟ ਪੀ ਆਈਏ। ਉਹ ਸਿਗਰਟ ਪੀਣ ਵਾਲੇ ਵਾਸਤੇ ਮੇਰੀ ਦਾਵਤ ਫਿਕਰ ਇਹ ਆ ਕਿ ਮੈਂ ਹੱਥ ਜੋੜੇ ਨੇ, ਐਡੀ ਪਾਕ ਜਗ੍ਹਾ ਤੇ ਬੈਠਾ। ਜਿਸ ਅਲੀ अलैहिस्सलाम ਦੇ ਤੁਸੀਂ ਨਾਮ ਲੈਵਾਓ ਨਾ, ਉਹਨਾਂ ਦਾ ਚਿਹਰਾ ਵਜਹੁੱਲਾ ਹੈ, ਤੇ ਉਹਨਾਂ ਉਹ ਚਿਹਰਾ ਸਾਰੀ ਜ਼ਿੰਦਗੀ ਸਜਦੇ 'ਚ ਰੱਖ ਕੇ ਆਖਿਆ ਕਿ ਸੁਭਾਨ ਰੱਬੀ ਅਲ ਆਲਾ, ਵਾਹ ਵਾਹ ਵਾਹ, ਸੁਭਾਨ ਰੱਬੀ ਅਲ ਅਜ਼ੀਮ, ਸੁਭਾਨ ਰੱਬੀ ਅਲ ਅਜ਼ੀਮ, ਸੁਭਾਨ ਰੱਬੀ ਅਲ ਅਜ਼ੀਮ। ਉਹਨਾਂ ਦੇ ਜਿਹੜੇ ਮੌਲਾ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਸਾਰੀ ਜ਼ਿੰਦਗੀ ਸਜਦਾ ਉਸ ਅਕਬਰ ਨੂੰ ਕੀਤਾ। ਮੇਰੇ ਸ਼ੀਆ ਨੇ ਅਲੀ अलैहिस्सलाम ਵਾਸਤੇ ਇਹ ਗੁਜ਼ਾਰਿਸ਼ ਹੈ, ਬਾਅਮਲ ਬਣੋ। ਇੱਥੇ ਬੰਦੇ ਫਜ਼ਾਇਲ ਅਲੀ ਤੇ ਪੜ੍ਹਦੇ ਨੇ, ਤੇ ਫਜ਼ਾਇਲ ਅਲੀ ਪੜ੍ਹ ਕੇ ਤੇ ਉਸੇ ਮੌਲਾ ਅਲੀ ਦੀ ਗੱਲ ਨਹੀਂ ਮੰਨਦੇ, ਸੀਰਤ ਤੇ ਅਮਲ ਨਹੀਂ ਕਰਦੇ, ਉਸ ਸੀਰਤ ਤੇ ਸ਼ਾਹ ਜੀ ਅਮਲ ਨਹੀਂ ਕਰਦੇ। ਇਹਨਾਂ ਅੱਗੇ ਮੇਰੀ ਗੁਜ਼ਾਰਿਸ਼ ਹੈ, ਮੈਂ ਛੋਟਾ ਜਿਹਾ ਖਤੀਬ ਆ, ਮੈਂ ਮਿੰਬਰ ਪਾਕ ਤੇ ਜਾਣਾ ਹੈ, ਮੇਰੇ ਨਾਲ ਬੰਦੇ ਤਸਵੀਰ ਰੱਖਣ ਲੱਗ ਪਏ ਨੇ ਕਿ ਯਾਰ ਤਬਲੀਗ ਨਾ ਕਰ, ਤੇਰੀ ਮਦਰਸੇ ਨਹੀਂ ਲੱਗਣੀ। ਹਾਏ ਹਾਏ, ਕਿੱਡਾ ਵੱਡਾ। ਮੈਂ ਆਲੇ ਮੁਹੰਮਦ ਨੂੰ ਮੰਨਿਆ ਕਿ ਮੈਂ ਇਹਨਾਂ ਬੰਦਿਆਂ ਨੂੰ ਮੰਨਿਆ। ਜੰਨਤ ਜਿਹੜੀ ਕਬਰ ਹੈ ਉਹਦੇ ਵਿੱਚ ਮੈਨੂੰ ਇਹ ਸਾਮਾਈ ਨਾ ਹੋਣੇ ਨੇ ਕਿ ਆਲੇ ਮੁਹੰਮਦ ਹੋਣੇ। ਯਾਰ ਹੱਕ ਬਿਆਨ ਕਰੋ, ਤੁਹਾਨੂੰ ਕੁਝ ਸੁਣੇ ਨਾ ਸੁਣੇ ਸ਼ਾਹ ਜੀ, ਅਗਰ ਅਮਲ ਨਹੀਂ ਕੁਝ ਵੀ ਨਹੀਂ। ਇਹਨਾਂ ਦੋਸਤਾਂ ਅੱਗੇ ਮੇਰੀ ਗੁਜ਼ਾਰਿਸ਼ ਹੈ, ਤੁਸੀਂ ਸ਼ੁਰੂ ਤੋਂ ਅਲੀ ਨੂੰ ਮੰਨਿਆ ਤੇ ਜਿਹਨੂੰ ਮੰਨਿਆ ਉਹਨਾਂ ਦੀ ਗੱਲ ਵੀ ਮੰਨੀ ਦੀ ਹੈ। ਅਲਾਮਾ ਸਾਹਿਬ ਸਲਾਮਤ ਰਹੋ। ਬੇਸ਼ੱਕ ਇਹੀ ਪੈਗਾਮ ਹੈ। ਦੂਸਰਾ ਮਾਹ ਸ਼ਵਾਲ ਦਾ ਆਗਾਜ਼ ਹੋ ਚੁੱਕਿਆ ਹੈ ਤੇ ਵੈਸੀਅਤ ਸ਼ੀਆ ਅਸੀਂ ਪੂਰੀ दुनिया च अपना एहतजाज भी रिकॉर्ड कराना है। 8 शवाल 100 साल मुकम्मल हो जाने ने इन हदामे जन्नतुल बकी नूं जनाब सैयदा दे रोज़े नूं मिसमार कर दिता गया। इस हवाले नाल तुसीं की फरमाओगे? ते अच्छा जी, मैं इक्को जुमला आखांगा, पाक सैयदा सलावतुल्लाह अलैहा कायनात दी मज़लूमां ने, मैं इन्हां दे इक्को गल कहांगा, मैनूं कोई गिला नहीं किसी मुसलमान ते कि एहतजाज क्यों नहीं करदे जिन्ना अज तक उन्हां नूं सदीका ही नहीं मन्निया। अल्लाह, अच्छा जी, मैं अंदरों इत्थे हत्थ पैंदा जिन्ना अज तक उन्हां नूं सच्ची ही नहीं मन्निया। मैं कुरान ते हथ रख के साबित कर सकदा, कुरान ते हथ रख के कैमरे के सामने लोगों आना, लोगो बीबी पाक फदक विच भी सच्चे सन, मुबाहले विच भी सच्चे सन, और हमेशा सच्चे सन और सच्चे रहणगे। मुबाहले विच इन्हां ने जाके मौला मुस्तफा कल्ले जांदे ने, शादी मुबाहला फिर भी हो जाना। पाक सैयदा नूं खड़िया इस वास्ते सी कि जिन्ना मैं सच्चा उन्नी मेरी बेटी सच्ची। लिहाजा शाह जी एहतजाज वो करेगा जिहड़ा पाक सैयदा नूं पहलों सच्चा समझे।
सच्चा मैंने कहा लिहाजा मेरी दुआ है अल्लाह तमाम मुसलमानों ਨੂੰ मार्फत आले मोहम्मद नसीब फरमाए और सारे मसाइल खुद ब खुद हल तमाम मुसलमानों ਨੂੰ आपस ਵਿੱਚ ਮੁਹੱਬਤ ਨਾਲ ਰਹਿਣ ਦੀ ਤੌਫੀਕ अता फरमाए और मेरी हर मजलिस ਤੋਂ ਪਹਿਲਾਂ ਤੁਸੀਂ ਨੈਟ ਖੋਲੋ ਇਹ ਦੁਆ ਹੁੰਦੀ ਹੈ मेरा करीम खालिक ते मालिक अल्लाह तमाम मुसलमानों ਨੂੰ मार्फत आले मोहम्मद नसीब फरमाए ਅਸੀਂ इंतशार तो बचिए साडे मुल्क दी खैर फरमा मुल्क पाकिस्तान दी खैर फरमा मुल्क पाकिस्तान दी हिफाजत करने वाले ने खैर फरमा और सानू मेरा करीम खालिक ते मालिक अल्लाह बा अमल शिया ने अलैहिस्सलाम शुमार इरफान हुसैनी साहब बहुत शुक्रिया ਤੁਹਾਡਾ सलामत रहें अल्लाह पाक मोमिन इकराम हमें दुआ में याद रखिएगा अगर आपको एपिसोड पसंद आया है इसको लाइक और शेयर कीजिएगा अस्सलाम वालेकुम व रहमतुल्लाह।